सतनाम श्री वाहेगुरु जी। सूरा सो पहचानिए चोलरे दीन के पुरजा पुरजा कट मरे कबहू ना छोड़े खेत आनंद गुणदान गुरु गरीब आखो सतनाम श्री वाहेगुरु जी।
ਸਨਮਾਨ ਅਤੇ ਸਤਿਕਾਰਯੋਗ ਖਾਲਸਾ ਜੀ, ਸਾਰੀ ਸੰਗਤ ਰਸਨਾ ਪਵਿੱਤ ਕਰੋ। ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੇ, ਪ੍ਰਬੰਧਕਾਂ ਨੇ ਢਾਡੀ ਦਰਬਾਰ ਕੀਤਾ ਹੈ ਔਰ ਢਾਡੀਆਂ ਨੇ ਆਪਣੇ ਆਪਣੇ ਜ਼ੋਰ ਵਿਖਾਏ ਨੇ। ਢਾਡੀ ਇਹ ਸਿੱਖ ਜਮਾਤ ਵਿੱਚ ਜਾਂ ਫਿਰ ਗੁਰਮਤ ਵਿੱਚ ਇੱਕ ਬੜਾ ਸਨਮਾਨਯੋਗ ਸ਼ਬਦ ਹੈ ਢਾਡੀ। ਇਹ ਢਾਡੀ ਕਦੋਂ ਚੱਲੇ, ਇਹਨਾਂ ਦੀ ਪ੍ਰਥਾ ਕਦੋਂ ਹੋਂਦ ਵਿੱਚ ਆਈ, ਇਹ ਇਤਿਹਾਸ ਦੱਸਦਾ ਹੈ। ਅਸੀਂ ਕਹਿੰਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੇਲੇ ਢਾਡੀ, ਹਾਂ ਉਸ ਵੇਲੇ ਸਿੱਖ ਸਟੇਜ 'ਤੇ ਆਏ, ਲੇਕਿਨ ਢਾਡੀ ਦਾ ਜਿਹੜਾ ਕਿਰਦਾਰ ਹੈ ਇਹ ਬੜਾ ਸ਼ਾਨਦਾਰ ਹੈ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਨੇ ਆਪਣੇ ਆਪ ਨੂੰ ਰੱਬ ਦਾ ਢਾਡੀ ਤਸਲੀਮ ਕੀਤਾ ਹੈ। ਉਹ ਕਹਿੰਦੇ ਨੇ ਹਉ ਢਾਡੀ ਬੇਕਾਰ ਕਾਰੇ ਲਾਇਆ। ਢਾਡੀ ਤਿਸਨੂੰ ਆਖੀ ਹੈ ਜੋ ਖਸਮੈ ਧਰੇ ਪਿਆਰ, ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ। ਸਾਡੇ ਮਹਾਨ ਫਿਲਾਸਫਰ ਪ੍ਰੋਫੈਸਰ ਪੂਰਨ ਸਿੰਘ ਜੀ ਅਲਬੇਲੇ ਕਵੀ ਨੇ ਖੁੱਲ੍ਹੇ ਮੈਦਾਨ ਵਿੱਚ ਲਿਖਿਆ ਹੈ ਕਿ ਮੈਂ ਢਾਡੀ ਉੱਚੇ ਅਲੀਸ਼ਾਨ ਗੁਰੂ ਨਾਨਕ ਕਰਤਾਰ ਦਾ। ਢਾਡੀ ਦੇ ਬਾਰੇ ਗੁਰਬਾਣੀ ਵਿੱਚ ਇਤਿਹਾਸ ਵਿੱਚ ਬੜਾ ਜ਼ਿਕਰ ਆਇਆ ਹੈ ਔਰ ਢਾਡੀ ਦਾ ਕੰਮ ਹੈ ਕੀਰਤੀ ਕਰਨੀ, ਯਸ ਕਰਨਾ, ਸ਼ੋਭਾ ਕਰਨੀ। ਢਾਡੀ ਕਦੋਂ ਹੋਂਦ ਵਿੱਚ ਆਏ, ਇਹ ਇੱਕ ਬੜਾ ਸਹੀ ਪ੍ਰਮਾਣ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਦੱਸਿਆ ਹੋਇਆ ਕਿ ਢਾਡੀ ਕਦੋਂ ਇਸ ਦੁਨੀਆ ਦੇ ਹੋਂਦ ਵਿੱਚ ਆਏ। ਉਹ ਕਹਿੰਦੇ ਨੇ ਜਿਸ ਵੇਲੇ ਇਨਸਾਨ ਵਿਕਸਿਤ ਹੋਇਆ ਤੇ ਉਦੋਂ ਹੀ ਨਾਲ ਢਾਡੀ ਪੈਦਾ ਵੀ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਚਰਿੱਤਰਾਂ ਵਿੱਚ 405ਵੇਂ ਚਰਿੱਤਰ ਵਿੱਚ ਲਿਖਦੇ ਨੇ ਕਿ ਮਹਾਕਾਲ ਨੇ ਇੱਕ ਯੋਧਾ ਪੈਦਾ ਕੀਤਾ। ਉਹ ਯੋਧਾ ਐਡਾ ਅਭਿਮਾਨੀ ਹੋਇਆ ਕਿ ਉਹਨੇ ਮਹਾਕਾਲ ਨਾਲ ਹੀ ਯੁੱਧ ਆਰੰਭ ਦਿੱਤਾ। ਮਹਾਕਾਲ ਨੂੰ ਆਪਣੀ ਸ਼ਕਤੀ ਨਾਲ, ਬਾਯੂ ਬਲ ਨਾਲ ਪਸੀਨਾ ਲਿਆ ਦਿੱਤਾ। ਕਹਿੰਦੇ ਫਿਰ ਭਗਵਾਨ ਦੇ ਪਸੀਨੇ ਵਿੱਚੋਂ, ਮਹਾਕਾਲ ਦੇ ਮੁੜਕੇ ਵਿੱਚੋਂ ਇੱਕ ਢਾਡੀ ਪੈਦਾ ਹੋਇਆ ਜਿਹਦਾ ਨਾਂ ਢਾਡ ਸੈਨ ਕਰਕੇ ਲਿਖਿਆ। ਢਾਡੀਆਂ ਦਾ ਮੂਰਿਸ ਕਹਿ ਲਈਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਕਿ ਢਾਡ ਸੈਨ ਢਾਡੀ ਬੱਪ ਲਿਓ, ਕਰਖਾ ਵਾਰ ਉਚਾਰਤ ਭਇਓ। ਇੱਥੇ ਦੋ ਢਾਡੀਆਂ ਨੇ, ਦੋ ਕਲੀਆਂ ਗਾਈਆਂ, ਬੜਾ ਦਿਲ ਆਨੰਦ ਹੋਇਆ। ਅਸਲੀ ਅੱਜ ਦਾ ਰਾਗ ਢਾਡੀਆਂ ਦਾ ਰਾਗ ਉਹਨਾਂ ਨੇ ਮੂਰਤੀਮਾਨ ਕਰਕੇ ਵਿਖਾ ਦਿੱਤਾ। ਉਂਝ ਹੋ ਸਕਦਾ ਇਹਦੇ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਸਮੇਂ ਸਮੇਂ ਦੇ ਨਾਲ। ਅਤੇ ਜਦੋਂ ਪਹਿਲਾਂ ਢਾਡੀ ਚੱਲੇ ਨੇ ਕਰਖਾ ਵਾਰ ਉਚਾਰਤ, ਸਭ ਤੋਂ ਪਹਿਲਾਂ ਕੜਖਾ ਢਾਡੀਆਂ ਦਾ ਇੱਕ ਛੰਦ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮਕਾਲੀ ਢਾਡੀਆਂ ਨੇ ਮੀਰ ਮੁਸ਼ਕੀ ਨੇ ਲਿਖੇ ਹੈ ਔਰ ਸ਼ਬੀਲੇ ਨੇ ਲਿਖੇ ਹੈ। ਇਸ ਵਾਸਤੇ ਖਾਲਸਾ ਜੀ ਇਹਨਾਂ ਢਾਡੀਆਂ ਦੀਆਂ ਵਾਰਾਂ ਤੁਸੀਂ ਸੁਣੀਆਂ ਨੇ, ਬੜੀ ਖੁਸ਼ੀ ਹੋਈ ਹੈ। ਵੱਧ ਤੋਂ ਵੱਧ ਖੁਸ਼ੀ ਇਹ ਵੀ ਹੋਈ ਹੈ ਮੈਨੂੰ ਕਿ ਇਸ ਵੇਲੇ ਤੱਕ ਸੰਗਤਾਂ, ਕਿਉਂਕਿ ਨਿਯਤ ਸਮੇਂ ਤੋਂ ਸਮਾਂ ਬਹੁਤ ਜ਼ਿਆਦਾ ਹੋ ਗਿਆ, ਇਹ ਤੁਹਾਡੀ ਗੁਰਸਿੱਖੀ ਔਰ ਪੰਜਾਬੀ ਫਿਤਰਤ ਹੈ ਜਿਹੜਾ ਕਿ ਤੁਸੀਂ ਇਸ ਸਮੇਂ ਨੂੰ ਕੋਈ ਗੌਲਿਆਂ ਦੀ ਪਰਵਾਹ ਨਹੀਂ ਕੀਤੀ ਔਰ ਇਸ ਰਸ ਵਿੱਚ ਲਿਵਲੀਨ ਹੋ ਕੇ ਬੈਠੇ ਰਹੇ ਹੋ। ਮੈਂ ਬਹੁਤਾ ਸਮਾਂ ਨਹੀਂ, ਸਿਰਫ ਦੋ ਛੋਟੀਆਂ ਕਵਿਤਾਵਾਂ ਬੋਲਾਂਗਾ ਕਿਉਂਕਿ ਅੱਜ ਢਾਡੀਆਂ ਦਾ ਕੰਮ ਹੈ ਯੋਧਿਆਂ ਦੀਆਂ ਕੀਰਤੀਆਂ ਕਰਨੀਆਂ, ਯੋਧਿਆਂ ਦੀ ਤਾਰੀਫ ਕਰਨੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9 ਵਾਰਾਂ ਦੇ ਉੱਤੇ ਢਾਡੀਆਂ ਦੀ ਵਾਰ ਦਾ ਹੈਡਿੰਗ ਦਿੱਤਾ ਹੋਇਆ ਹੈ ਕਿ ਰਾਣੇ ਕੈਲਾਸ਼ ਤਥਾ ਮਾਲਦੇਵ ਕੀ ਧੁਨ ਗਾਵਣੀ, ਇਹ ਲੱਲਾ ਬਹਿਲੀਮਾ ਦੀ ਧੁਨ ਗਾਵਣੀ, ਇਹ ਮੈਂ ਹਾਸਨੇ ਦੀ ਧੁਨ ਗਾਵਣੀ। ਇਸ ਤਰ੍ਹਾਂ ਉਹਨਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਯੋਧਿਆਂ ਤੋਂ ਵਾਰਾਂ ਸੁਣੀਆਂ। ਉਹਨਾਂ ਯੋਧਿਆਂ ਨੇ ਉਸ ਮੌਕੇ ਦੇ, ਉਹਨਾਂ ਢਾਡੀਆਂ ਨੇ ਉਸ ਮੌਕੇ ਦੇ ਯੋਧੇ ਜਿਹੜਾ ਦੋਹਾਂ ਵਿੱਚੋਂ ਲੜਾਈ ਵਿੱਚ ਸੱਚਾ ਹੁੰਦਾ ਔਰ ਜੇਤੂ ਹੁੰਦਾ, ਉਹਦੀਆਂ ਵਾਰਾਂ ਲਿਖੀਆਂ ਜਾਂਦੀਆਂ। ਪਰ ਅੱਜ ਦੀਆਂ ਵਾਰਾਂ ਤਾਂ ਦੁਨੀਆ ਗਾਵੇਗੀ, ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਦੀਆਂ। ਮੈਨੂੰ ਉਹਨਾਂ ਦੇ ਨਾਲ ਕੁਝ ਸਮਾਂ ਰਹਿਣ ਦਾ ਸਮਾਂ ਮਿਲਿਆ ਹੈ। ਬਾਬਾ ਜੀ ਕਹਿੰਦੇ ਹੁੰਦੇ ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋ ਨਹੀਂ ਫਿਰਨਾ, क्योंकि आशिक जो आज़ादी के वो जीना छोड़ देते हैं, खिलौना समझ कर जिंदगी जिस्म को फोड़ देते हैं, ना हूरे जन्नत के लालच ना ताजो तख्त की हसरत, खुदा अगर दे खुदाई भी तो अक्सर मोड़ देते हैं। इन्होंने ना लीडरियां दी भुख, ना शोहरत दी भुख, ते ना इन्होंने किते होर उच्चे अहुदियां दी भुख। ये तां कहंदे ने दाता ये तन तुमरा सब ग्रह धन तुमरा हियों कियो कुर्बाना। ये है सिख दा जीवन। संत बाबा जरनैल सिंह जी ने एक बार मैनू आख्या सी, कहंदा नरगिस तू कवितावां लिखदा है और कवितावां कोई चढ़दी कला दियां लिखिया कर। एक मैं कविता लिखी सी
ਬਾਬਿਆਂ ਦੀ ਹਯਾਤੀ ਵਿੱਚ, ਲੇਕਿਨ ਉਹ ਪਿੱਛੋਂ ਵੀ ਤਾਜ਼ੀ ਰਹੀ। ਇੱਕ ਕਵਿਤਾ ਗਾਈ ਢਾਡੀਆਂ ਨੇ, ਬਾਬਾ ਜੀ ਕਹਿਣ ਲੱਗੇ ਇੱਦਾਂ ਦੀਆਂ ਕਵਿਤਾਵਾਂ ਲਿਖਿਆ ਕਰ। ਉਹ ਕਵਿਤਾ ਦੇ ਮੈਂ ਸ਼ਬਦ ਸੁਣੇ, ਉਹਦੇ ਵਿੱਚ ਲਿਖਿਆ ਸੀ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਆ, ਪੈਂਦੇ ਰਹਿਣਗੇ। ਸਿੱਖ ਦੁੱਖ ਸਹਿੰਦੇ ਆਏ ਆ, ਸਹਿੰਦੇ ਰਹਿਣਗੇ। ਅੱਗੇ ਜਾ ਕੇ ਆ ਸਿੱਖ ਭੱਠੀਆਂ 'ਚ ਡਹਿੰਦੇ ਆਏ ਆ ਤੇ ਡਹਿੰਦੇ ਰਹਿਣਗੇ। ਮੈਂ ਕਿਹਾ ਬਾਬਾ ਜੀ ਇਹ ਕਵਿਤਾ ਚੰਗੀ ਹੈ, ਲੇਕਿਨ ਸਾਰੇ ਫਿਕਰਿਆਂ ਨਾਲ ਮੈਂ ਮੁਤਫਿਕ ਨਹੀਂ ਕਿ ਅਸੀਂ ਭੱਠੀਆਂ 'ਚ ਹੀ ਡਹਿੰਦੇ ਰਵਾਂਗੇ, ਕਿ ਅਸੀਂ ਦੁੱਖ ਸਹਿਣ। ਇਹ ਖਾਲਸਾ ਕਲਗੀਧਰ ਦਾ ਪਾਤਸ਼ਾਹ ਦਾ ਰਾਜਾ ਹੈ, ਰਾਜਾ ਜੋਗੀ ਹੈ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਸਾਨੂੰ ਬਾਦਸ਼ਾਹ ਬਣਾ ਦਿੱਤਾ। ਉਹਨਾਂ ਨੇ ਸਾਡਾ ਵਿਧਾਨ ਤਿਆਰ ਕਰ ਦਿੱਤਾ। ਜਿਹਦਾ ਵਿਧਾਨ ਹੈ ਉਹ ਕੌਮ ਬਣ ਗਈ, ਅਸੀਂ ਫਿਰਕੇ ਤੋਂ ਕੌਮ ਬਣ ਗਏ। ਤੇ ਜਦੋਂ ਅਸੀਂ ਕੌਮ ਬਣ ਗਏ ਤਾਂ ਸਾਨੂੰ ਬਾਦਸ਼ਾਹਤ ਦੀ ਲੋੜ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਾਨੂੰ ਤਖਤ ਬਣਾ ਦਿੱਤਾ ਜੋ ਬਾਦਸ਼ਾਹ ਦਾ ਹੁੰਦਾ ਹੈ, ਔਰ ਫਿਰ ਉਹਨਾਂ ਨੇ ਬਾਦਸ਼ਾਹੀ ਠਾਠ ਉਹ ਬਾਜ ਤਾਜੋ ਤਖਤ ਔਰ ਉਸ ਵੇਲੇ ਹੁਕਮਨਾਮੇ ਜਾਰੀ ਹੋਏ। ਤੇ ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਉਹਨਾਂ ਨੇ ਆਖਿਆ ਹੁਣ ਅਸੀਂ ਆਪ ਰਾਜੇ ਨਹੀਂ, ਬਲਕਿ ਆਹ ਜਿਹੜੇ ਮੇਰੇ ਸਿੱਖ ਨੇ ਜਿਨ੍ਹਾਂ ਨੂੰ ਇਹ ਹਿੰਦੂ ਲੋਕ ਕਹਿੰਦੇ ਨੇ। ਇੱਕ ਵਾਰੀ ਮਹਾਰਾਜ ਕਹਿਣ ਲੱਗਾ 22 ਧਾਰ ਦੇ ਰਾਜਿਆਂ ਨੂੰ, ਕਹਿੰਦੇ ਵੀ ਅੰਮ੍ਰਿਤ ਛਕ ਲਓ। ਕਹਿੰਦੇ ਜੀ ਅੰਮ੍ਰਿਤ ਤਾਂ ਛਕ ਲਾਂਗੇ, ਪਰ ਆਹ ਨਾਈ ਸ਼ਿੰਬਿਆਂ ਵਾਲਾ ਅੰਮ੍ਰਿਤ ਅਸੀਂ ਨਹੀਂ ਛਕਣਾ, ਸਾਡੇ ਵਾਸਤੇ ਸੋਢੀ ਅੰਮ੍ਰਿਤ ਤਿਆਰ ਕਰ ਦਿਓ। ਕਲਗੀਧਰ ਪਾਤਸ਼ਾਹ ਦਾ ਹੱਥ ਤਲਵਾਰ ਤੇ ਪਿਆ। ਸੁਣ ਖਾਦੀ ਤਮਕ ਚਮਕ ਬੋਲੇ ਗੁਰੂ ਸਾਹਿਬ, ਜਨਮ ਜੰਜਾਲ ਸਭ ਸਿੱਖੋਂ ਕੇ ਸਮੇਟੇ ਹੈ। ਓਏ ਅਸਲੀ ਇਹ ਯੋਧੇ ਰਖਵਾਰੇ ਸਾਰੇ ਦੇਸ਼ ਬਣੇ, ਅਸਲੀ ਇਹ ਰਾਜਪੂਤ ਯਸ ਮੈਂ ਲਪੇਟੇ ਹੈ। ਤੁਸੀਂ ਬੜੇ ਕਾਇਰ ਹੋ ਸੜੇ ਅਭਿਮਾਨ ਵਿੱਚ, ਉਹ ਬਣ ਕੇ ਗੁਲਾਮ ਖਾਵੋ ਜਮ ਕੀ ਚਪੇਟੇ ਹੈ। ਐਸੇ ਮਤ ਕਹੋ ਰਹੋ ਚੁੱਪ ਬੈਠੇ ਸਭਾ ਵਿੱਚ, ਇਹ ਨਾਈ ਛੀਂਬੇ ਚ ਔਰੰਗਰੇਟੇ ਤੋਂ ਮੇਰੇ ਬੇਟੇ ਹੈ। ਇਸ ਵਾਸਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਇਨ ਗਰੀਬਨ ਕੋ ਦੂੰ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਹਨਾਂ ਨੇ ਫਿਰ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਇਹ ਕਹਿਤਾ ਬੁੱਲੇ ਨੇ। ਇਸ ਵਾਸਤੇ ਖਾਲਸਾ ਜੀ ਅਸੀਂ ਇਹ ਕਵਿਤਾ ਲਿਖ ਦਿੱਤੀ ਬਾਬਾ ਜੀ ਦੇ ਕਹਿਣ ਦੇ ਮੁਤਾਬਿਕ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮੈਂ ਸੁਣਾਈ ਵੀ ਬਾਬਾ ਜੀ ਹੁਣ ਅਸੀਂ ਭੱਠੀਆਂ 'ਚ ਨਹੀਂ ਡਹਿੰਦੇ ਰਹਿਣਾ, ਅਸੀਂ ਮਾਰ ਨਹੀਂ ਖਾਂਦੇ ਰਹਿਣਾ, ਕਿਉਂਕਿ ਅਸੀਂ ਵੀ ਬਾਦਸ਼ਾਹ ਹਾਂ। ਇਹ ਤਾਂ ਲੋਕ ਆਪੇ ਬਣੇ ਬਾਦਸ਼ਾਹ ਨੇ। ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਤਾ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ। ਇਹ ਸਾਡਾ ਵਿਧਾਨ ਤਿਆਰ ਕਰਨ ਤੋਂ ਬਾਅਦ ਇਹਦੇ ਵਿੱਚ ਲਿਖ ਦਿੱਤਾ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਨ ਦਾ, ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਹਲੇਮੀ ਰਾਜ ਦੀ ਗੱਲ ਕੀਤੀ। ਇਸ ਵਾਸਤੇ ਮੈਂ ਕਵਿਤਾ ਲਿਖਦੀ ਬਾਬਾ ਜੀ ਇਹ ਜਿਹੜੇ ਆਪਣੇ ਨੌਜਵਾਨ ਨੂੰ ਫੜਦੇ ਨੇ, ਮਾਰਦੇ ਨੇ, ਜੇਲ੍ਹਾਂ ਵਿੱਚ ਦਿੰਦੇ ਨੇ, ਮੁਕਾਬਲੇ ਕਰਦੇ ਨੇ, ਤੇ ਜਿਹੜੇ ਇਹਨਾਂ ਦੇ ਨਹੀਂ ਹੱਥ ਆਉਂਦੇ ਉਹਦੇ ਇਨਾਮ ਰੱਖ ਦਿੰਦੇ ਨੇ। ਸਾਡੇ ਇਨਾਮ ਪਹਿਲਾਂ ਵੀ ਰੱਖੇ ਗਏ ਮੁਗਲਿਆ ਸਰਕਾਰ ਵੇਲੇ, 10 ਰੁਪਈਏ ਤੋਂ ਲਾ ਕੇ 40 ਔਰ 80। ਉਹ ਕਹਿੰਦੇ ਸਨ ਕਿ 10 ਪਾਵੇ ਸੋ 10 ਪਾਵੇ, ਪਕੜ ਲਿਆਵੇ 40, ਸੀਸ ਲਿਆਵੇ 80 ਪਾਵੇ, ਚੱਲੀ ਚਾਲ ਨਿਰਾਲੀ। ਤੇ ਅੰਗਰੇਜ਼ਾਂ ਨੇ ਧੰਨਾ ਸਿੰਘ ਬਹਿਲਪੁਰੇ ਵਰਗੇ ਦੇ ਹਜ਼ਾਰਾਂ ਰੁਪਈਏ ਰੱਖ ਦਿੱਤੇ ਇਨਾਮ, ਤੇ ਅੱਜ ਸਾਡੀ ਸਰਕਾਰ ਵੀ ਕੋਈ ਪਿੱਛੇ ਨਹੀਂ ਰਹੀ। ਇਸ ਵਾਸਤੇ ਮੈਂ ਕਵਿਤਾ ਲਿਖਦੀ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲਿਆਂ ਦੀ ਅਸੀਂ ਭਾਜੀ ਮੋੜਾਂਗੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲਿਆਂ ਦੀ ਅਸੀਂ ਭਾਜੀ ਮੋੜਾਂਗੇ।
ਅਸੀਂ ਬਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਿਆਂ ਦੀ ਅਸੀਂ ਬਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਿਆਂ ਦੀ ਅਸੀਂ ਬਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਿਆਂ ਦੀ ਅਸੀਂ ਬਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਿਆਂ ਦੀ ਅਸੀਂ ਬਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਿਆਂ ਦੀ ਅਸੀਂ ਬਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਸਮੇਂ ਸਿਰ ਸਿਰ ਨੀ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ ਭਾਜੀ ਮੋੜਨਾ ਖਾਲਸੇ ਦਾ ਕਰਤੱਵ ਹੈ ਔਰ ਅਸੂਲ ਹੈ। ਸਿੱਖ ਕਿਸੇ ਦੇ ਵਾਰ ਨਹੀਂ ਕਰਦਾ, ਤਲਵਾਰ ਪਹਿਨਦਾ ਹੈ ਔਰ ਦੁਸ਼ਮਣ ਦਾ ਵਾਰ ਰੋਕ ਕੇ ਉਹਦਾ ਉਧਾਰ ਮੋੜਨ ਵਾਸਤੇ। ਤੇ ਜੇ ਕੋਈ ਵਾਅਦਾ ਕਰੇ, ਕਈ ਕਹਿੰਦੇ ਨੇ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਯੋਧਾ ਸੀ, ਤਲਵਾਰੀਆ ਲੜਾਕਾ ਜਰਨੈਲ ਸੀ। ਉਹ ਨਹੀਂ ਜਾਣਦੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਮਿਸ਼ਨ ਸੀ ਦੁਨੀਆ ਨੂੰ ਇੱਕ ਪੱਧਰ ਤੇ ਲਿਆਉਣਾ। ਉਸ ਵੇਲੇ ਗਰੀਬੀ ਦੀ ਗਦਾ ਦੀ ਲੋੜ ਸੀ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਉਸ ਜ਼ਾਲਮ ਰਾਜ ਵਿੱਚ ਵੀ, ਜਦੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਹੋਰ ਲੱਖਾਂ ਜ਼ੁਲਮ ਹੋਏ, ਉਸ ਵੇਲੇ ਵੀ ਗਰੀਬੀ ਦੀ ਗਦੇ ਚੁੱਕੀ ਫਿਰਦੇ। ਤੇ ਫਿਰ ਕਿਹਨੇ ਗੱਲ ਸੁਣਨੀ ਸੀ? ਇਸ ਵਾਸਤੇ ਮਹਾਰਾਜ ਨੇ ਕਹਿ ਦਿੱਤਾ ਸੀ, ਚੂ ਕਾਰੇ ਅਜ਼ਮਾ ਹੀਲ ਤੇ ਦਰਗੁਜਸ਼ਤ ਹਲਾਲ ਅਤ ਬੋਦਨ ਬਾਦ ਸ਼ਮਸ਼ੀਰ ਦਸ। ਹੁਣ ਤੇ ਤਲਵਾਰ ਚੱਕਣੀ ਪਵੇਗੀ। ਤੇ ਜਿਸ ਵੇਲੇ ਜਾਣ ਲੱਗੇ ਨਾ ਦੱਖਣ ਨੰਦੇੜ ਸਾਹਿਬ ਨੂੰ, ਰਾਹ ਵਿੱਚ ਦਾਦੂ ਦੁਆਰੇ ਚਲੇ ਗਏ, ਨਾਲ ਸਿੱਖ ਨੇ। ਤੇ ਦਾਦੂ ਦਾ ਚੇਲਾ ਪੀੜ੍ਹੀ ਦਰ ਪੀੜ੍ਹੀ ਜੋ ਆਉਂਦਾ ਸੀ, ਉਸ ਵੇਲੇ ਜੈਤ ਰਾਮ ਸੀ। ਮਹਾਰਾਜ ਕਹਿੰਦੇ, ਭਾਈ ਜੈਤ ਰਾਮ ਕੋਈ ਦਾਦੂ ਦੀ ਗੱਲ ਸੁਣਾ, ਬਚਨ ਸੁਣਾ ਕੋਈ। ਉਹ ਕਹਿਣ ਲੱਗੇ, ਜੀ ਦਾਦੂ ਤੇ ਕਹਿੰਦੇ ਨੇ, ਦਾਦੂ ਦਾਵਾ ਤਿਆਗ ਕੇ ਕਲ ਕਾ ਲੀਜੈ ਭਾਏ, ਜੇ ਕੋਈ ਮਾਰੇ ਈਂਟ ਢੇਮ ਲੀਜੈ ਸੀਸ ਉਠਾਏ। ਕਹਿੰਦਾ ਜੀ ਕਲਯੁਗ ਦਾ ਪ੍ਰਭਾਵ ਐਸਾ ਹੈ ਕਿ ਨੀਵੇਂ ਹੋ ਕੇ ਰਹਿਣਾ ਚਾਹੀਦਾ। ਜੇ ਕੋਈ ਸੱਜੀ ਗੱਲ ਤੇ ਥੱਪੜ ਵੱਜਦਾ, ਖੱਬੀ ਅੱਗੇ ਕਰ ਦਿਓ। ਗੁਰੂ ਗੋਬਿੰਦ ਸਿੰਘ ਮੁਸਕਾਏ, ਕਹਿਣ ਲੱਗੇ, ਜੈਤ ਰਾਮ ਹੁਣ ਇਹਦਾ ਨਾ ਪੜਿਆ ਕਰ ਇਹਨੂੰ।
ਕਹਿੰਦਾ ਜੀ ਕਿਵੇਂ ਪੜ੍ਹਿਆ ਕਰਾਂ? ਤੂੰ ਦਾਵਾ ਤਿਆਗ ਕੇ ਕਹਿਣਾ? ਐਸੀ ਗੱਲ ਨਹੀਂ, ਦਾਦੂ ਦਾਵਾ ਰੱਖ ਕੇ ਕਲ ਕਾਲੀ ਜੈ ਪਾਏ। ਉਹ ਜੇ ਕੋਈ ਮਾਰੇ ਈਂਟ ਟੇਮ ਪੱਥਰ ਹੀ ਨਾ ਰਸਾਏ। ਇੱਟ ਜਾ ਕੇ ਨੂੰ ਪੱਥਰ ਚੱਕਣਾ ਚਾਹੀਦਾ। ਇਸ ਵਾਸਤੇ ਅਸੀਂ ਇਹ ਕਵਿਤਾ ਲਿਖਤੀ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲਿਆਂ ਦੀ ਸੀ ਭਾਜੀ ਮੋੜਾਂਗੇ, ਤੇ ਨਵੇਂ ਸਿਰੇ ਸੀਰ ਨਹੀਂ ਚੜਾਉਣ ਵਾਲਿਆਂ ਦੀ ਤਾਜੀ ਤਾਜੀ ਮੋੜਾਂਗੇ। ਆ ਇੰਦਰਾ ਗਾਂਧੀ ਦਾ ਚੌਂਟਾ ਚੱਕਣ ਤੋਂ ਪਹਿਲਾਂ ਅਸੀਂ ਇਹ ਕਵਿਤਾ ਜਦੋਂ ਗਾਉਂਦੇ, ਮੁੜ ਕੇ ਜਦੋਂ ਜਾਂਦੇ, ਕਹਿੰਦੇ ਖਾਲਸਾ ਜੀ ਤੁਸੀਂ ਤਾਂ ਭਾਜੀ ਮੋੜ ਹੀ ਦਿੱਤੀ ਹੈ। ਇਸ ਵਾਸਤੇ ਕਈ ਵਾਰੀ ਸੰਤਾਂ ਕੋਲ ਹਿੰਦੂ ਵੀ ਆਉਂਦੇ ਔਰ ਬੜੇ ਬੜੇ ਧਨਾੜ ਵੀ ਆਉਂਦੇ, ਕਈ ਡਰਦੇ ਆਉਂਦੇ, ਕਈ ਸੰਤਾਂ ਨੂੰ ਗੱਲ ਪੁੱਛਣ ਆਉਂਦੇ। ਇੱਕ ਵਫਦ ਆਇਆ, ਕਹਿਣ ਲੱਗੇ ਬਾਬਾ ਜੀ ਕੋਈ ਐਸੀ ਸਕੀਮ ਲੱਭੋ ਤੇ ਜਿਵੇਂ ਕੁਝ ਵਾਤਾਵਰਨ ਸ਼ਾਂਤ ਹੋ ਜਾਏ। ਸੰਤ ਕਹਿਣ ਲੱਗੇ ਅਸੀਂ ਸ਼ਾਂਤ ਵਾਤਾਵਰਨ ਦੇ ਹਾਮੀ ਹਾਂ, ਅਸੀਂ ਸ਼ਾਂਤੀ ਹੀ ਚਾਹੁੰਦੇ ਹਾਂ, ਪਰ ਇੱਦਾਂ ਸ਼ਾਂਤੀ ਹੱਥ ਬੰਨਿਆ ਨਹੀਂ ਮਿਲਣੀ। ਸੰਤ ਕਹਿੰਦੇ ਹੁੰਦੇ ਜੇਕਰ ਅਣਖ ਦੀ ਜ਼ਿੰਦਗੀ ਜੀਵਣਾ ਹੈ ਪਹਿਲਾਂ ਮਰਨ ਦਾ ਕਾਇਮ ਸਾਮਾਨ ਰੱਖੀ। ਚਾਹੇ ਅਮਨ ਇਮਾਨ ਦੇ ਨਾਲ ਰਹਿਣਾ ਤਾਂ ਲੜਨ ਵਾਸਤੇ ਹੱਥ ਕਿਰਪਾਨ ਰੱਖੀ। ਤੌਣ ਚੁੱਕ ਕੇ ਛਾਤੀ ਜੇ ਤਾਣ ਤੁਰਨਾ ਪਹਿਲਾਂ ਪੰਥ ਦੀ ਪੱਤ ਦਾ ਧਿਆਨ ਰੱਖੀ। ਉਹ ਨਰਗਸ ਚਾਹਵੇਂ ਬਰਬਾਦੀਆਂ ਬਚਣ ਤੇ ਮੁੱਠੀ ਆਪਣੀ ਬੰਦ ਤੂਫਾਨ ਰੱਖੀ। ਉਹ ਵਫਦ ਕਹਿਣ ਲੱਗਾ ਜੀ ਫਿਰ ਤੁਸੀਂ ਕੋਈ ਐਸੀ ਗੱਲ ਸਾਨੂੰ ਦੱਸੋ। ਮਹਾਰਾਜ ਸੰਤ ਕਹਿਣ ਲੱਗੇ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ, ਮੰਗਾਂ ਕੀ ਨੇ? ਸਾਡੇ ਹੱਕ ਨੇ। ਮੰਗਾਂ ਅਸੀਂ ਕੋਈ ਭਿਖਾਰੀ ਨਹੀਂ ਮੰਗਣ ਵਾਸਤੇ, ਔਰ ਜੋ ਸਾਡੇ ਨਾਲ ਵਾਅਦੇ ਕੀਤੇ ਨੇ ਉਹ ਸਾਡੀਆਂ ਗੱਲਾਂ ਮੰਨੋ। ਇਹ ਫਿਰ ਗਏ ਨੇ ਝੂਠੇ ਬਚਨਾਂ ਤੋਂ। ਕਹਿਣ ਲੱਗੇ ਹੋਰ ਤਾਂ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ, ਅਸੀਂ ਤਾਂ ਇਹ ਸੁਣਦੇ ਹਾਂ ਲੋਕਾਂ ਤੋਂ ਆਹ ਜਿਹੜਾ ਤੁਹਾਡਾ ਹੈਗਾ ਨਾ ਬੋਲ ਬਾਲੇ, ਇਹ ਤੋਂ ਲੋਕ ਬੜੇ ਹਿੰਦੂ ਲੋਕ ਡਰਦੇ ਨੇ। ਸੰਤ ਮੁਸਕਰਾ ਪਏ, ਹੱਸ ਪਏ, ਕਹਿਣ ਲੱਗੇ ਜੀ ਕੀ ਗੱਲ ਤੁਸੀਂ ਹੱਸਦੇ ਹੋ? ਉਹਨਾਂ ਆਖਿਆ ਭੋਲਿਓ ਤੁਹਾਨੂੰ ਬੋਲ ਬਾਲਿਆਂ ਦਾ ਪਤਾ ਨਹੀਂ? ਕਹਿੰਦੇ ਨਾ ਜੀ ਸਾਨੂੰ ਤੇ ਕੋਈ ਪਤਾ ਨਹੀਂ। ਸੰਤਾਂ ਨੇ ਆਖਿਆ ਬੋਲ ਬਾਲੇ? ਕਹਿੰਦੇ ਜੀ ਸਾਨੂੰ ਇਹਨਾਂ ਦਾ ਅਰਥ ਦੱਸ ਦਿਓ। ਬਾਬਾ ਜੀ ਕਹਿਣ ਲੱਗੇ ਜਦੋਂ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਆਉਂਦੇ ਨਾ ਪਠਾਨ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ, ਤੇ ਉਸ ਵੇਲੇ ਫਿਰ ਸਿੰਘਾਂ ਦਾ ਬੋਲਬਾਲਾ ਪੈਦਾ ਹੁੰਦਾ। ਤੁਹਾਡੀਆਂ ਹਿੰਦੂਆਂ ਦੀਆਂ ਲੜਕੀਆਂ ਖੋਹੀਆਂ, ਮੰਦਰਾਂ ਵਿੱਚੋਂ ਧਨ ਲੁੱਟਿਆ, ਮੁੰਡੇ ਬੰਦੀ ਬਣਾਏ, ਉਹਨਾਂ ਸਾਰਿਆਂ ਦੀ ਖਲਾਸੀ ਕਰਾ ਕੇ ਤੇ ਉਹ ਘਰੋਂ ਕਰੀ ਪਹੁੰਚਾਉਂਦੇ। ਉਹ ਸਿੱਖਾਂ ਦਾ ਬੋਲਬਾਲਾ ਸੀ। ਅੱਛਾ ਬਾਬਾ ਜੀ ਇਹ ਸੀ। ਬਾਬਾ ਜੀ ਨੇ ਦੱਸਿਆ ਕਿ ਖਾਲਸੇ ਦੇ ਬੋਲਬਾਲੇ ਨੇ ਸਦਾ ਹਿੰਦੂਆਂ ਦਾ ਧਰਮ ਬਚਾਇਆ। ਇਹ ਕਵਿਤਾ ਜੀ ਮੈਂ ਲਿਖੀ ਤੁਹਾਡੇ ਸਾਹਮਣੇ ਢਾਡੀ ਸਿੰਘ ਪੇਸ਼ ਕਰਨ ਲੱਗੇ, ਸੁਣੀਏ ਜਰਾ ਪਿਆਰ ਨਾਲ।
ਕਰ ਕਰਕੇ ਦੁਰਾਨੀ ਦਾਈਆਂ ਹਿੰਦੂ ਕੰਨਿਆ ਬੰਦੀ ਕਰਵਾਈਆਂ ਜੋਰ ਪੂਜਾ ਦੇ ਦੁਕਾਨ ਛੱਡਵਾਈਆਂ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਸਿੰਘਾਂ ਘਰ ਵੇ ਗਰਜ ਕੁਰਬਾਨੀਆਂ ਸਿੰਘਾਂ ਘਰ ਵੇ ਗਰਜ ਕੁਰਬਾਨੀਆਂ ਇਹਦਾ ਦੇਸ਼ ਦੀ ਚੜਾਈਆਂ ਜ਼ਿੰਦਗਾਨੀਆਂ ਦੇਸ਼ੋਂ ਕੱਢਿਆ ਸੀ ਇੰਗਲਿਸਤਾਨੀਆਂ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਪਲ ਪੱਕ ਦੇ ਪਛਾੜੀ ਮੋੜੇ ਦਿਨ ਦੰਦ ਦੇ ਜਵਾੜੇ ਤੋੜੇ ਵਿੱਚ ਮੰਗਲਾ ਦੇ ਜਾਬਰ ਜੋੜੇ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਬੋਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬੋਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਿਜ ਹੋਂਦਲੀ ਅਸਾਸਦਾਰ ਪੀਕ ਹੈ ਬੋਲ ਬੱਲ ਦਾ ਅਰਥ ਇਹੋ ਠੀਕ ਹੈ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਖਾਲਸੇ ਦੇ ਬੋਲ ਵੱਲ ਨੇ ਜਰਾ ਦੇਸ਼ ਦੇ ਆਗੂਓ ਸੋਚੋ ਜਰਾ ਦੇਸ਼ ਦੇ ਆਗੂਓ ਸੋਚੋ ਕਿਲਾ ਵਾਂਗਣਾ ਸਿੰਘਾਂ ਦਾ ਦਿਲ ਨੋਚੋ ਭਲਾ ਦੇਸ਼ ਰਾਖਿਆਂ ਦਾ ਲੋਚੋ ਖਾਲਸੇ ਦੇ ਬੋਲ ਵੱਲ ਨੇ 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 ਸੰਤ ਬਾਬਾ ਜਰਨੈਲ ਸਿੰਘ ਜੀ ਅਸਲੀ ਲੀਡਰ ਸਨ। ਅਸੀਂ ਇਹਨਾਂ ਸ਼ਬਦਾਂ ਲਈ ਖਿਮਾ ਮੰਗਦੇ ਹਾਂ। ਉਹ ਕਹਿੰਦੇ ਹੁੰਦੇ ਕਿ ਲਾਲਸ ਹੈ ਜਿਹੜੀ ਲਾਲਚ ਹੈ ਇਹ ਬੰਦਾ ਉੱਚਾ ਨਹੀਂ ਜਾ ਸਕਦਾ। ਉਹ ਤਾਂ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ।
ਇਸ ਤਰ੍ਹਾਂ ਦੁਨੀਆ ਵਿੱਚ ਰਹਿਣਾ ਚਾਹੀਦਾ ਹੈ। ਜਿਵੇਂ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਹੈ, ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਘਿਓ ਪਾਕ ਹਰਾ। ਜਿਵੇਂ ਫੁੱਲ ਹੈ ਔਰ ਘਿਓ ਹੈ ਤੇ ਮਿਰਗਾਨ ਹੈ, ਸ਼ੇਰ ਦੀ ਖੱਲ ਤੇ ਰੇਸ਼ਮ ਹੈ, ਇਹਨਾਂ ਨੂੰ ਝੂਠ ਨਹੀਂ ਪਾਉਂਦੀ। ਇਹ ਤਾਂ ਜਿਹੜਾ ਸਿੱਖ ਦਾ ਆਦਰਸ਼ ਹੈ, ਇਹਨੂੰ ਦੁਨੀਆ ਦੀ ਇਹ ਲਾਗ ਪਾਉਂਦੀ ਨਹੀਂ। ਇਸ ਤਰ੍ਹਾਂ ਨਿਰਾਲਮ ਰਹਿ ਕੇ ਦੁਨੀਆ ਸੇਵਾ ਕਰੋ। ਅੱਜ ਬਾਬਾ ਜੀ ਅਮਰ ਨੇ, ਜਿਹੜੇ ਕੌਮ ਦੀ ਖਾਤਰ, ਸੱਚ ਦੀ ਖਾਤਰ ਸ਼ਹੀਦ ਹੁੰਦੇ ਨੇ, ਉਹ ਮਰ ਨਹੀਂ ਜਾਂਦੇ। ਡਾਕਟਰ ਇਕਬਾਲ ਜੀ ਲਿਖਦੇ ਨੇ, ਜਹਾਂ ਮੈਂ ਆਹਲੇ ਇਮਾਮ ਮਿਸਲ ਖੁਰਸ਼ੀਦ ਜੀਤੇ हैं, ਸੂਰਜ ਦੀ ਤਰ੍ਹਾਂ ਸੂਰਜ ਨਾਲ ਤਸ਼ਬੀਹ ਦਿੰਦੇ ਨੇ। जहाँ में अहले इमाम मिसल खुर्शीद जीते हैं, इधर डूबे इधर निकले, इधर डूबे इधर निकले। पर मुश्किल है कि हरेक कौम, हरेक फिक्रा फिरका, हरेक थां जगह इन्हों पैदा नहीं कर सकती। ये तो एक सियाना कवि कहना, होते हैं कोहो दश्त में पैदा कभी कभी, वो मर्द जिसका फक्र करे गज़ब को नगी। ठीकरियां नूं नगीने बना देने वाले महापुरुष ਤਾਂ कदी कदी पैदा होंदे ने। इस वास्ते इन्हां शब्दां ਲਈ ਖਿਮਾ ਮੰਗਦੇ ਹਾਂ। ਇਹ ਜਥਾ ਭਾਈ ਗੁਰਦੇਵ ਸਿੰਘ ਜੀ ਪਾਸਲੇ ਵਾਲੇ, ਜਿਹੜੇ ਕੋਈ ਪਹਿਲਾਂ 6 ਮਹੀਨੇ ਦੇ ਆਏ ਸਨ, ਮੈਨੂੰ ਹੁਣ ਕੋਈ 20-22 ਦਿਨ ਹੋਏ ਨੇ, ਔਰ ਸਾਡਾ ਜਥਾ ਪਹਿਲਾਂ ਵੀ ਇਕੱਠਾ ਰਿਹਾ ਭਾਈ ਸ਼ੇਰ ਸਿੰਘ ਨਾਲ। ਇਹ ਸਰੰਗੀ ਮਾਸਟਰ ਭਾਈ ਸ਼ੇਰ ਸਿੰਘ ਜੀ ਸਰੌਦ ਤੇ ਇਹ ਕਾਕਾ ਅਮਰੀਕ ਸਿੰਘ ਜੀ ਬਜੂਹਾ, ਤੇ ਇਹ ਤੁਹਾਡੀ ਸੇਵਾ ਕਰਦੇ ਨੇ। ਕਿਤੇ ਲੋੜ ਅੱਜ ਬੜੀਆਂ ਹਸਰਤਾਂ ਔਰ ਦਿਲ ਵਿੱਚ ਤਮੰਨਾ ਲੈ ਕੇ ਆਏ ਸਾਂ ਕਿ 1 ਘੰਟੇ ਵਿੱਚ ਕੋਈ ਲੜੀ ਬਣਵਾ ਪ੍ਰਕਰਨ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕਰਾਂਗੇ, ਕਿਉਂਕਿ ਸਾਡਾ ਜਥਾ ਪੰਜਾਬ ਵਿੱਚ ਵੀ ਅਸੀਂ ਉਂਝ ਤੇ ਅਸੀਂ ਛੋਟੇ 5 ਇਨਾਮ ਜਿੱਤੇ ਨੇ, ਔਰ 1 ਇਨਾਮ 82 ਵਿੱਚ ਆਲ ਇੰਡੀਆ ਪੱਧਰ ਤੇ ਪਹਿਲੇ ਨੰਬਰ ਤੇ ਇਹ ਜਥਾ ਲੈ ਕੇ ਜਿੱਤਿਆ ਸੀ। ਇਸ ਵਾਸਤੇ ਮੇਰੀਆਂ ਕਿਤਾਬਾਂ ਵੀ ਕੁਝ ਲਿਖੀਆਂ ਹੋਈਆਂ ਨੇ, ਸੰਤਾਂ ਦੀਆਂ ਕਿਤਾਬਾਂ ਅਸੀਂ ਆਮ ਕਵਿਤਾਵਾਂ ਆਮ ਤੌਰ ਤੇ ਸੁਣਾਉਂਦੇ ਰਹਿੰਦੇ ਹਾਂ। ਆਪਰੇਸ਼ਨ ਬਲੂ ਸਟਾਰ ਸਾਡਾ ਪ੍ਰਕਰਨ ਬਣਿਆ ਹੋਇਆ, ਕਦੀ ਕਿਸੇ ਮੌਕੇ ਸਮਾਂ ਬਣਿਆ ਤੇ ਦੱਸਾਂਗੇ, ਤੁਹਾਡੇ ਦਰਸ਼ਨ ਕਰਾਂਗੇ। ਔਰ ਜਦੋਂ ਕਿਤੇ ਇਸ ਜਥੇ ਦੀ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਸਾਡਾ ਜਥਾ ਅਖੰਡ ਪਾਠੀ ਔਰ ਨਿਤਨੇਮੀ ਪੰਜੇ